ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤ ਦਾ ਕਿਸਾਨ ਸੜਕਾਂ ਦੇ ਉੱਤੇ ਹੈ। ਬਹੁਤ ਵੱਡਾ ਅੰਦੋਲਨ ਭਾਰਤੀ ਕਿਸਾਨ ਦੇ ਵੱਲੋਂ ਸਰਕਾਰਾਂ ਦੇ ਵਿਰੁੱਧ ਚਲਾਇਆ ਜਾ ਰਿਹਾ ਹੈ, ਜਿਹਦੇ ਵਿੱਚ ਸਮਾਜ ਦੀਆਂ ਉੱਘੀਆਂ ਸ਼ਖਸੀਅਤਾਂ ਕਿਸਾਨ ਦਾ ਸਾਥ ਦੇ ਰਹੀਆਂ ਨੇ। ਕਲਾਕਾਰ, ਸੰਤ ਸਮਾਜ, ਹਰ ਇੱਕ ਵਰਗ ਜਿਹੜਾ ਹੈ ਉਹ ਕਿਸਾਨ ਦੇ ਨਾਲ ਹਮਦਰਦੀ ਰੱਖਦਾ ਹੈ। ਲੰਮੇ ਸਮੇਂ ਤੋਂ ਕਿਸਾਨ ਜਿਹੜਾ ਹੈ ਉਹ ਆਪਣੇ ਹੱਕਾਂ ਦੇ ਵਾਸਤੇ ਅੰਦੋਲਨ ਕਰਦਾ ਆ ਰਿਹਾ, ਕਦੇ ਛੋਟੇ ਰੂਪ ਦੇ ਵਿੱਚ, ਕਦੇ ਵੱਡੇ ਰੂਪ ਦੇ ਵਿੱਚ। ਕਿਸਾਨ ਦਾ ਜਿਹੜਾ ਅੰਦੋਲਨ ਹੈ ਉਹ ਜਾਰੀ ਹੈ। ਪਾਰੰਪਰਿਕ ਤੌਰ 'ਤੇ ਖੇਤੀ ਕਰਨ ਵਾਲੇ ਕਿਸਾਨ ਵਾਸਤੇ ਅੱਜ ਦੇ ਦੌਰ ਵਿੱਚ ਜੋ ਖੇਤੀ ਹੈ ਉਹ ਘਾਟੇ ਦਾ ਸੌਦਾ ਬਣ ਚੁੱਕੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕੋਈ ਵਪਾਰੀ, ਜਿਵੇਂ ਕੋਈ ਕਾਰੋਬਾਰੀ, ਕੋਈ ਦੁਕਾਨਦਾਰ ਅਗਰ ਪਾਰੰਪਰਿਕ ਤੌਰ 'ਤੇ ਦੁਕਾਨ ਕਰਦਾ ਹੈ, ਹੱਟੀ ਕਰਦਾ ਹੈ, ਅਤੇ ਉਹ ਆਪਣੇ ਬਿਜ਼ਨਸ ਦੇ ਵਿੱਚ, ਕਾਰੋਬਾਰ ਦੇ ਵਿੱਚ ਸਫਲ ਨਹੀਂ ਹੋ ਸਕਦਾ, ਉਹਨੂੰ ਘਾਟਾ ਹੀ ਪਵੇਗਾ। ਇੱਕ ਪਾਰੰਪਰਿਕ ਦੁਕਾਨਦਾਰ ਦੇ ਵਾਸਤੇ ਦੁਕਾਨ ਵੀ ਘਾਟੇ ਦਾ ਸੌਦਾ ਹੋ ਸਕਦੀ ਹੈ ਅਗਰ ਉਹ ਵਕਤ ਦੇ ਅਨੁਸਾਰ ਆਪਣੇ ਆਪ ਨੂੰ ਬਦਲਦਾ ਨਹੀਂ ਹੈ, ਵਕਤ ਦੇ ਅਨੁਸਾਰ ਆਪਣੀ ਦੁਕਾਨ ਦੇ ਵਿੱਚ ਪ੍ਰੋਡਕਟ ਨਹੀਂ ਲੈ ਕੇ ਆਉਂਦਾ, ਉਤਪਾਦ ਨਹੀਂ ਲੈ ਕੇ ਆਉਂਦਾ, ਸਮਾਨ ਨਹੀਂ ਲੈ ਕੇ ਆਉਂਦਾ। ਠੀਕ ਇਸੇ ਤਰ੍ਹਾਂ ਹੀ ਅਗਰ ਕਿਸਾਨ ਵਕਤ ਦੇ ਅਨੁਸਾਰ ਆਪਣੇ ਖੇਤ ਦੇ ਵਿੱਚ ਬਦਲਾਵ ਨਹੀਂ ਲੈ ਕੇ ਆਉਂਦਾ, ਆਪਣੀ ਖੇਤੀ ਦੇ ਵਿੱਚ ਬਦਲਾਵ ਨਹੀਂ ਲੈ ਕੇ ਆਉਂਦਾ, ਅਤੇ ਖੇਤੀ ਵੀ ਘਾਟੇ ਦਾ ਸੌਦਾ ਹੀ ਰਹੇਗੀ। ਕਿਉਂਕਿ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਅਸੀਂ ਦੇਖਦੇ ਹਾਂ ਨੀਤੀਆਂ ਬਦਲਦੀਆਂ ਹਨ, ਸਰਕਾਰਾਂ, ਹਕੂਮਤਾਂ ਨੀਤੀਆਂ ਬਦਲਦੀਆਂ ਹੀ ਰਹਿਣਗੀਆਂ, ਲੇਕਿਨ ਉਹਨਾਂ ਬਦਲੀਆਂ ਹੋਈਆਂ ਨੀਤੀਆਂ ਦੇ ਨਾਲ ਕਿਸਾਨ ਨੂੰ, ਜ਼ਿਮੀਂਦਾਰ ਨੂੰ ਬਦਲਣਾ ਪਵੇਗਾ, ਆਪਣੇ ਆਪ ਨੂੰ ਢਾਲਣਾ ਪਵੇਗਾ। ਅੱਜ ਬਹੁ ਗਿਣਤੀ ਕਿਸਾਨ ਜਿਹੜਾ ਉਹ ਕਰਜ਼ੇ ਦੇ ਥੱਲੇ ਹੈ, ਕਿਉਂਕਿ ਉਸਨੇ ਪਾਰੰਪਰਿਕ ਤਰੀਕਿਆਂ ਨੂੰ ਛੱਡਿਆ ਨਹੀਂ ਹੈ, ਉਹ ਪਾਰੰਪਰਿਕ ਖੇਤੀ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ, ਉਹਨੇ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲਿਆ ਨਹੀਂ ਹੈ, ਉਹ ਟੈਕਨੋਲੋਜੀ ਦੇ ਨਾਲ ਨਹੀਂ ਜੁੜ ਸਕਿਆ, ਉਹ ਮਾਰਕੀਟਿੰਗ ਦੇ ਨਾਲ ਨਹੀਂ ਜੁੜ ਸਕਿਆ, ਉਹ ਵਿਸ਼ਵ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਨਹੀਂ ਚੱਲ ਸਕਿਆ। ਇਸ ਕਰਕੇ ਭਾਰਤ ਦਾ ਕਿਸਾਨ ਅੱਜ ਸਾਨੂੰ ਪਛੜਿਆ ਹੋਇਆ ਨਜ਼ਰ ਆਉਂਦਾ ਹੈ। ਬਹੁ ਗਿਣਤੀ ਕਿਸਾਨ, ਛੋਟੇ ਜ਼ਿਮੀਂਦਾਰ, 2-2, 4-4 ਏਕੜ ਵਾਲੇ ਵੀ ਪਾਰੰਪਰਿਕ ਤੌਰ 'ਤੇ ਖੇਤੀ ਕਰ ਰਹੇ ਨੇ। ਜਿੱਥੇ ਕੁਛ ਉਦਾਹਰਣ ਸਾਨੂੰ ਮਿਲਦੇ ਨੇ ਜਿੱਥੇ ਕਿ ਛੋਟੇ ਕਿਸਾਨ ਜਿਨ੍ਹਾਂ ਨੇ ਆਪਣੇ ਆਪ ਨੂੰ ਵਕਤ ਦੇ ਅਨੁਸਾਰ ਬਦਲਿਆ ਹੈ, ਔਰਗੈਨਿਕ ਦੇ ਵਿੱਚ ਲੈ ਕੇ ਆਏ, ਉਹਨਾਂ ਨੇ ਆਪਣੇ ਪ੍ਰੋਡਕਟ ਨੂੰ ਗ੍ਰਾਹਕ ਤੱਕ ਲੈ ਕੇ ਗਏ, ਮਿਹਨਤ ਕੀਤੀ, ਅਤੇ ਅੱਜ ਉਹ 1-1, 2-2 ਏਕੜ ਦੇ ਵਿੱਚੋਂ ਸਾਨੂੰ ਦੇਖਦੇ ਹਾਂ ਵੀ ਉਹ ਬਹੁਤ ਚੰਗਾ ਮੁਨਾਫਾ ਕਮਾ ਰਹੇ ਹਨ। ਕੋਈ ਮੱਛਲੀ ਪਾਲਨ ਕਰ ਰਿਹਾ ਹੈ, ਕੋਈ ਬੱਕਰੀ ਪਾਲਨ ਕਰ ਰਿਹਾ ਹੈ, ਕੋਈ ਮੁਰਗੀ ਪਾਲਨ ਕਰ ਰਿਹਾ ਹੈ। 1 ਜਾਂ 2 ਫਸਲ ਚੱਕਰ ਦੇ ਵਿੱਚੋਂ ਨਿਕਲ ਕੇ ਕਿਸਾਨ ਨੂੰ ਮਲਟੀ ਫਾਰਮਿੰਗ ਦੇ ਵੱਲ, ਬਹੁਪੱਖੀ ਖੇਤੀ ਦੇ ਵੱਲ ਜਿਹੜਾ ਹੈ ਉਹ ਆਉਣਾ ਪਵੇਗਾ। ਅਗਰ ਇੱਕ ਕਿਸਾਨ ਦੇ ਕੋਲ 2-4 ਏਕੜ ਜ਼ਮੀਨ ਹੈ ਅਤੇ ਉਸ 2-4 ਏਕੜ ਜ਼ਮੀਨ ਦੇ ਵਿੱਚ ਉਹ ਥੋੜ੍ਹੀ ਜਿਹੀ ਸਬਜ਼ੀ ਦੀ ਖੇਤੀ ਕਰੇ, ਥੋੜ੍ਹੀ ਜਿਹੀ ਉਹ ਕਿਸੇ ਤਰ੍ਹਾਂ ਦੀ ਹੋਰ ਕੋਈ ਕਿੱਤਾ ਮੁਖੀ ਜੋ ਸਾਧਨ ਹੈ ਉਹ ਅਪਣਾ ਸਕਦਾ ਹੈ। ਇਸ ਤਰੀਕੇ ਦੇ ਨਾਲ ਜਦੋਂ ਉਹ ਮਲਟੀ ਫਾਰਮਿੰਗ, ਰੁੱਖ ਲਾਓ, ਜਿਹੜੇ ਰੁੱਖ ਸਾਨੂੰ 5-7-10 ਸਾਲਾਂ ਬਾਅਦ ਇੱਕ ਅੱਛੀ ਇਨਕਮ ਜਿਹੜੀ ਹੈ ਉਹਨਾਂ ਦੇ ਵਿੱਚੋਂ ਹੁੰਦੀ ਹੈ। ਸਬਜ਼ੀ ਦੀ ਖੇਤੀ ਕਰੋ, ਗੰਨੇ ਦੀ ਖੇਤੀ ਕਰੋ, ਉਹਦੇ ਨਾਲ ਨਾਲ ਤੁਸੀਂ ਫੁੱਲਾਂ ਦੀ ਖੇਤੀ ਕਰ ਸਕਦੇ ਹੋ, ਤੁਸੀਂ ਮੱਛਲੀ ਪਾਲਣ, ਮੁਰਗੀ ਪਾਲਣ ਜਾਂ ਡੈਰੀ ਫਾਰਮਿੰਗ ਛੋਟੇ ਲੈਵਲ 'ਤੇ ਜਾਂ ਵੱਡੇ ਲੈਵਲ 'ਤੇ ਆਪਣੀ ਸਮਰੱਥਾ ਅਨੁਸਾਰ। ਸੋ ਇਸੇ ਤਰ੍ਹਾਂ ਤੁਸੀਂ ਦੇਖੋ, ਇੱਕ ਬਿਜ਼ਨਸਮੈਨ ਜਦੋਂ ਤਰੱਕੀ ਕਰਦਾ ਹੈ ਅਤੇ ਉਹ ਇੱਕ ਪਾਰੰਪਰਿਕ ਦੁਕਾਨਦਾਰੀ ਦੇ ਵਿੱਚੋਂ ਨਿਕਲ ਕਰਕੇ ਇੱਕ ਪ੍ਰੋਡਕਟ ਤਿਆਰ ਕਰਦਾ ਹੈ, ਅਤੇ ਉਹ ਛੋਟੀਆਂ-ਛੋਟੀਆਂ ਯੂਨਿਟਾਂ ਤੋਂ ਸਮਾਨ ਲੈ ਕੇ ਇੱਕ ਪ੍ਰੋਡਕਟ ਬਣਾ ਕੇ ਅਤੇ ਫਿਰ ਉਸ ਨੂੰ ਮਾਰਕੀਟ ਵਿੱਚ ਵੇਚਦਾ ਹੈ, ਮਾਰਕੀਟਿੰਗ ਕਰਦਾ ਹੈ, ਉਹਦੀ ਪਬਲਿਸਿਟੀ ਕਰਦਾ ਹੈ, ਅਤੇ ਉਹਨੂੰ ਉਹਦਾ ਫਿਰ ਅੱਛਾ ਮਾਰਜਨ ਮਿਲਦਾ ਹੈ। ਠੀਕ ਇਸੇ ਤਰ੍ਹਾਂ ਖੇਤੀ ਨੂੰ ਵੀ ਸਾਨੂੰ ਇੱਕ ਬਿਜ਼ਨਸ ਤੌਰ 'ਤੇ, ਇੱਕ ਵਪਾਰਕ ਤੌਰ 'ਤੇ, ਜਦੋਂ ਕਿਸਾਨ ਪਿੰਡਾਂ ਦੇ ਵਿੱਚ, ਹਰ ਕਿਸਾਨ ਪੜ੍ਹਿਆ ਲਿਖਿਆ ਨਹੀਂ ਹੈ, ਹਰ ਕਿਸਾਨ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਪਰ ਜਿਹੜੇ ਨੌਜਵਾਨ ਸਾਡੇ ਖੇਤੀ ਦੇ ਨਾਲ ਜੁੜੇ ਹੋਏ ਵੀਰ ਹਨ, ਅਗਰ ਉਹ ਪਿੰਡਾਂ ਦੇ ਵਿੱਚ ਇੱਕ ਯੂਨਿਟ ਬਣਾ ਕਰਕੇ, 2-2, 4-4 ਏਕੜ ਦੇ ਕਿਸਾਨ ਇੱਕ ਮੱਤ ਹੋ ਕਰਕੇ ਇੱਕ ਯੂਨਿਟ ਬਣਾ ਕਰਕੇ
ਕੋਈ ਕਿਸੇ ਚੀਜ਼ ਦੀ ਪ੍ਰੋਡਕਸ਼ਨ ਕਰਦਾ, ਕੋਈ ਕਿਸੇ ਚੀਜ਼ ਦੀ ਪ੍ਰੋਡਕਸ਼ਨ ਕਰਦਾ, ਕੋਈ ਇੱਕ ਚੀਜ਼ ਦੀ ਖੇਤੀ ਕਰਦਾ, ਦੂਜਾ ਦੂਜੀ ਚੀਜ਼ ਦੀ ਖੇਤੀ ਕਰਦਾ। ਸੋ ਇਸ ਪ੍ਰਕਾਰ ਆਪਣੇ ਇਲਾਕੇ ਦੇ ਹਿਸਾਬ ਨਾਲ, ਮਾਰਕੀਟ ਦੇ ਡਿਮਾਂਡ ਦੇ ਹਿਸਾਬ ਨਾਲ ਮਨੁੱਖ ਨੂੰ, ਕਿਸਾਨ ਨੂੰ ਅੱਗੇ ਵਧਣਾ ਚਾਹੀਦਾ। ਉਹਨੂੰ ਆਪਣੀ ਖੇਤੀ ਨੂੰ ਇੱਕ ਵਿਗਿਆਨਕ ਤੌਰ 'ਤੇ ਇੱਕ ਪਾਰੰਪਰਿਕ ਖੇਤੀ 'ਚੋਂ ਬਾਹਰ ਨਿਕਲ ਕੇ ਇੱਕ ਉਦਯੋਗਿਕ ਖੇਤੀ ਦੇ ਤੌਰ 'ਤੇ ਉਸ ਨੂੰ ਅੱਗੇ ਆਉਣਾ ਪਵੇਗਾ। ਸੋਸ਼ਲ ਮੀਡੀਆ ਦੇ ਉੱਤੇ, YouTube ਵਗੈਰਾ ਦੇ ਉੱਤੇ ਤੁਸੀਂ ਦੇਖੋ ਕਈ ਐਗਰੀਕਲਚਰ ਫਾਰਮਿੰਗ ਗਰੁੱਪ ਬਣੇ ਹੋਏ ਨੇ, ਜਿਹਦੇ ਵਿੱਚ ਕਿਸਾਨ ਵੀਰ ਜਿਹੜੇ ਅਗਾਂਹਵਧੂ ਕਿਸਾਨ ਨੇ, ਜਿਹੜੇ ਜਾਗਰੂਕ ਕਿਸਾਨ ਨੇ, ਉਹਨਾਂ ਨੇ ਸਮੂਹ ਬਣਾਏ ਹੋਏ ਨੇ। ਉਹ ਸਮੂਹ ਦੇ ਵਿੱਚ ਕੰਮ ਕਰਦੇ ਨੇ। ਕੋਈ ਸ਼ਹਿਦ ਦਾ ਕੰਮ ਕਰਦਾ ਹੈ, ਕੋਈ ਦੁੱਧ ਦਾ ਕੰਮ ਕਰਦਾ ਹੈ, ਪਨੀਰ ਦਾ ਕੰਮ ਕਰਦਾ ਹੈ, ਖੋਏ ਦਾ ਕੰਮ ਕਰਦਾ ਹੈ। ਸੋ ਇਸ ਪ੍ਰਕਾਰ ਬਾਗਬਾਨੀ ਦਾ ਕੰਮ ਕਰਦਾ ਹੈ। ਫਰੂਟ ਪ੍ਰੋਸੈਸਿੰਗ ਇੱਕ ਬਹੁਤ ਅੱਛਾ ਬਿਜ਼ਨਸ ਹੈ ਕਿਸਾਨੀ ਦੇ ਵਿੱਚ, ਲੇਕਿਨ ਕਿਸਾਨ ਨੂੰ ਜਾਗਰੂਕ ਹੋਣਾ ਪਵੇਗਾ। ਮੌਕੇ ਦੇ ਅਨੁਸਾਰ, ਹਾਲਾਤਾਂ ਦੇ ਅਨੁਸਾਰ, ਆਪਣੇ ਇਲਾਕੇ ਦੇ ਅਨੁਸਾਰ ਉਸ ਨੂੰ ਖੇਤੀ ਜਿਹੜੀ ਹੈ ਇੱਕ ਉਦਯੋਗਿਕ ਖੇਤੀ ਦੇ ਤੌਰ 'ਤੇ ਉਸ ਨੂੰ ਅਪਣਾਉਣਾ ਪਵੇਗਾ। ਤਾਂ ਹੀ ਇੱਕ ਕਿਸਾਨ ਦਾ ਭਵਿੱਖ ਜਿਹੜਾ ਹੈ ਉਹ ਸੁਨਹਿਰੀ ਹੋ ਸਕਦਾ ਹੈ। ਜੇ ਅਸੀਂ ਪਾਰੰਪਰਿਕ ਖੇਤੀ 'ਚੋਂ ਬਾਹਰ ਨਾ ਨਿਕਲੇ, ਸਿਰਫ 2-4 ਫਸਲਾਂ ਦੇ ਚੱਕਰ 'ਚੋਂ ਬਾਹਰ ਨਾ ਨਿਕਲੇ, ਤੇ ਮੈਂ ਸਮਝਦਾ ਹਾਂ ਵੀ ਇਸੇ ਤਰ੍ਹਾਂ ਇਹ ਅੰਦੋਲਨ ਜਿਹੜੇ ਨੇ ਸਮੇਂ-ਸਮੇਂ ਸਿਰ ਕਿਸਾਨ ਨੂੰ ਕਰਨੇ ਪੈਂਦੇ ਰਹਿਣਗੇ। ਲੇਕਿਨ ਇਹਨਾਂ ਅੰਦੋਲਨਾਂ ਦੇ ਬਾਅਦ ਵੀ ਤੁਸੀਂ ਵੇਖੋ ਕਿੰਨੇ ਕਾਨੂੰਨ ਐਸੇ ਬਣਦੇ ਨੇ ਤੇ ਕਿੰਨੀ ਉਹਨਾਂ ਦੀ ਜਿਹੜੀ ਹੈ ਉਹ ਪਾਲਣਾ ਹੁੰਦੀ ਹੈ ਸਮਾਜ ਦੇ ਵਿੱਚ, ਕਿੰਨਾ ਉਹਨਾਂ ਦਾ ਲਾਭ ਹੁੰਦਾ ਆਮ ਇਨਸਾਨ ਨੂੰ। ਸੋ ਕਿਸਾਨ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇੱਕ ਅੱਛੀ ਜਾਗਰਤੀ ਦੇ ਨਾਲ ਹੀ ਕਿਸਾਨ ਆਪਣੀ ਦਸ਼ਾ ਨੂੰ ਬਦਲ ਸਕਦਾ ਹੈ, ਆਪਣੇ ਜੀਵਨ ਨੂੰ ਬਦਲ ਸਕਦਾ ਹੈ, ਆਪਣੇ ਪਰਿਵਾਰ ਦੇ ਮਾਹੌਲ ਨੂੰ ਬਦਲ ਸਕਦਾ ਹੈ, ਕਰਜ਼ੇ ਦੇ ਬੋਝ 'ਚੋਂ ਬਚ ਸਕਦਾ ਹੈ। ਅਗਰ ਇੱਕ ਕਿਸਾਨ, ਨੌਜਵਾਨ ਕਿਸਾਨ ਵੀਰਾਂ ਨੂੰ ਅੱਗੇ ਆਉਣ ਦੀ ਲੋੜ ਹੈ। ਪਾਰੰਪਰਿਕ ਤੌਰ 'ਤੇ ਖੇਤੀ 'ਚੋਂ ਬਾਹਰ ਨਿਕਲ ਕਰਕੇ ਉਦਯੋਗਿਕ ਖੇਤੀ ਕਰਨ ਦੀ ਲੋੜ ਹੈ। ਅੱਜ ਸੋਸ਼ਲ ਮੀਡੀਆ ਦਾ ਤੁਸੀਂ ਲਾਭ ਉਠਾਓ। ਸੋਸ਼ਲ ਮੀਡੀਆ ਦੇ ਨਾਲ ਤੁਸੀਂ ਆਪਣਾ ਪ੍ਰੋਡਕਟ ਕਿਤੇ ਵੀ ਵੇਚ ਸਕਦੇ ਹੋ। ਆਪਣੇ ਪ੍ਰੋਡਕਟ ਦੀ ਮਾਰਕੀਟਿੰਗ ਕਰਕੇ ਤੁਸੀਂ ਉਹਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵੇਚ ਸਕਦੇ ਹੋ, ਵਿਦੇਸ਼ਾਂ ਤੱਕ ਵੇਚ ਸਕਦੇ ਹੋ। ਬਹੁਤ ਸਾਰੇ ਸਾਡੇ ਨੌਜਵਾਨ ਵੀਰ ਜੋ ਹਨ ਪਾਰੰਪਰਿਕ ਖੇਤੀ ਦੇ ਵਿੱਚੋਂ ਬਾਹਰ ਨਿਕਲ ਕਰਕੇ ਬਹੁਤ ਵਧੀਆ ਮੁਨਾਫਾ ਜਿਹੜਾ ਹੈ ਉਹ ਕਮਾ ਰਹੇ ਹਨ। ਅੱਜ ਕਈ ਤਰ੍ਹਾਂ ਦੇ ਜੋ ਬਾਗਬਾਨੀ ਦੀ ਖੇਤੀ ਹੈ ਉਹ ਪੰਜਾਬ, ਹਰਿਆਣੇ ਦੇ ਵਿੱਚ ਹੋਣ ਲੱਗੀ ਹੈ। ਜਿਵੇਂ ਡਰੈਗਨ ਫਰੂਟ ਹੈ, ਪਪੀਤੇ ਦੀ ਖੇਤੀ ਹੈ, ਅਮਰੂਦ ਦੀ ਖੇਤੀ ਹੈ, ਬੇਰਾਂ ਦੀ ਖੇਤੀ ਹੈ, ਜਾਂ ਹੋਰ ਕਈ ਫਲ ਹਨ ਜਿਹੜੇ ਪੰਜਾਬ, ਹਰਿਆਣੇ, ਯੂਪੀ, ਇੱਧਰ ਸਾਰੇ ਇਲਾਕਿਆਂ ਦੇ ਵਿੱਚ ਬੜੀ ਆਸਾਨੀ ਦੇ ਨਾਲ ਪੈਦਾ ਹੁੰਦੇ ਨੇ ਤੇ ਬੜੀ ਅੱਛੀ ਉਹਨਾਂ ਦੀ ਜਿਹੜੀ ਹੈ ਉਹ ਮਾਤਰਾ ਦੇ ਵਿੱਚ ਉਹ ਪੈਦਾ ਹੁੰਦੇ ਨੇ। ਬੜੇ ਸੋਹਣੇ ਭਾਰ ਦੇ ਵਿੱਚ ਬੜਾ ਸੋਹਣਾ ਉਤਪਾਦ ਜਿਹੜਾ ਉਹਨਾਂ ਦਾ ਪ੍ਰਾਪਤ ਹੁੰਦਾ ਕਿਸਾਨ ਨੂੰ। ਅਤੇ ਮਾਰਕੀਟ ਦੇ ਵਿੱਚ ਤੁਸੀਂ ਦੇਖੋ, ਚਾਹੇ ਇੱਕ ਮਨੁੱਖ ਝੁੱਗੀ ਦੇ ਵਿੱਚ ਰਹਿੰਦਾ, ਚਾਹੇ ਇੱਕ ਮਨੁੱਖ ਮਹੱਲ ਦੇ ਵਿੱਚ ਰਹਿੰਦਾ, ਪੇਟ ਦੀ ਜ਼ਰੂਰਤ ਹਰ ਕਿਸੇ ਨੇ ਪੂਰੀ ਕਰਨੀ ਹੀ ਕਰਨੀ ਹੈ। ਇਸ ਕਰਕੇ ਅੱਜ ਤੁਸੀਂ ਦੇਖੋ ਵੀ ਇੱਕ ਜਿਹੜਾ ਪੈਂਟ ਹੈ ਜਾਂ ਸ਼ਰਟ ਹੈ ਉਹ 150 ਦੀ, 200 ਦੀ ਸਾਨੂੰ ਆਮ ਦੁਕਾਨ ਤੋਂ ਮਿਲਦੀ ਹੈ, ਲੇਕਿਨ ਉਹੀ ਜਦੋਂ ਇੱਕ ਸ਼ੋਰੂਮ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਉਹਦੀ ਕੀਮਤ ਕਈ ਗੁਣਾ ਵੱਧ ਜਾਂਦੀ ਹੈ। ਸੋ ਇਸੇ ਤਰ੍ਹਾਂ ਜਦੋਂ ਸਾਡਾ ਪ੍ਰੋਡਕਟ ਜਿਹੜਾ ਅੱਛੀ ਮਾਰਕੀਟਿੰਗ ਦੇ ਨਾਲ, ਲੇਬਲਿੰਗ ਦੇ ਨਾਲ, ਅੱਛੀ ਪਬਲਿਸਿਟੀ ਦੇ ਨਾਲ ਵਧੀਆ ਥਾਵਾਂ 'ਤੇ ਅੱਜ ਲੋਕਾਂ ਦੇ ਕੋਲ ਪੈਸਾ ਹੈ, ਲੋਕ ਹੈਲਥ ਚਾਹੁੰਦੇ ਨੇ, ਲੋਕ ਅੱਛਾ ਖਾਣਾ ਚਾਹੁੰਦੇ ਨੇ, ਅੱਛਾ ਪਾਣਾ ਚਾਹੁੰਦੇ ਨੇ, ਡਿਮਾਂਡ ਜ਼ਿਆਦਾ ਹੈ ਲੇਕਿਨ ਉਹਦੀ ਪ੍ਰੋਡਕਸ਼ਨ ਬਹੁਤ ਘੱਟ ਹੈ। ਅਮਰੀਕਾ, ਕੈਨੇਡਾ, ਯੂਰਪ ਵਰਗੇ ਦੇਸ਼ਾਂ ਦੇ ਵਿੱਚ ਜਿਹੜੇ ਉੱਥੋਂ ਦੇ ਲੋਕਲ ਕਿਸਾਨ ਸਨ ਉਹ ਅੱਜ ਖੇਤੀ ਛੱਡਦੇ ਜਾ ਰਹੇ ਹਨ। ਲੇਕਿਨ ਜਿਹੜੇ ਕਿਸਾਨ ਪੰਜਾਬ ਦੇ ਵਿੱਚੋਂ ਜਾਂ ਬਾਹਰਲੀਆਂ ਦੇਸ਼ਾਂ ਦੇ ਵਿੱਚੋਂ ਉੱਥੇ ਗਏ, ਉਹਨਾਂ ਨੇ ਉੱਥੇ ਜਾ ਕੇ ਹਜ਼ਾਰਾਂ ਏਕੜਾਂ ਦੇ ਜਿਹੜੇ ਫਾਰਮ ਨੇ ਉਹ ਬਣਾਏ ਹੋਏ ਨੇ ਤੇ ਖੁਸ਼ਹਾਲ ਨੇ। ਕਿਉਂਕਿ ਉਹ ਇੱਕ ਇਹੋ ਜਿਹੇ ਸਿਸਟਮ ਦੇ ਵਿੱਚੋਂ ਨਿਕਲ ਕੇ ਗਏ। ਜਿਵੇਂ ਇੱਕ ਬਿਹਾਰ ਤੋਂ ਬੰਦਾ ਚੱਲਦਾ ਤੇ ਪੰਜਾਬ ਦੇ ਵਿੱਚ ਉਹ ਕੰਮ ਕਰਕੇ, ਮਿਹਨਤ ਕਰਕੇ ਕਾਮਯਾਬ ਹੋ ਜਾਂਦਾ ਹੈ, ਲੇਕਿਨ ਪੰਜਾਬ ਦਾ ਮਨੁੱਖ ਜਿਹੜਾ ਉਹ ਪੰਜਾਬ ਦੇ ਵਿੱਚ ਕੰਮ ਕਰਕੇ ਕਾਮਯਾਬ ਨਹੀਂ ਹੋ ਪਾਉਂਦਾ। ਇਸੇ ਤਰ੍ਹਾਂ ਉਹ ਪੰਜਾਬ ਦੇ ਮਾਹੌਲ 'ਚੋਂ ਨਿਕਲ ਕੇ, ਭਾਰਤ ਦੇ ਮਾਹੌਲ 'ਚੋਂ ਨਿਕਲ ਕੇ ਤੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਉੱਥੋਂ ਦੇ ਮਾਹੌਲ ਵਿੱਚ ਉਹ ਮਿਹਨਤ ਕਰਦਾ ਹੈ ਤੇ ਕਾਮਯਾਬ ਹੋ ਜਾਂਦਾ। ਲੇਕਿਨ ਉਸੇ ਮਾਹੌਲ ਦੇ ਵਿੱਚ ਜਿਹੜਾ ਉੱਥੋਂ ਦਾ ਸਥਾਨਕ ਵਸਨੀਕ ਹੈ ਉਹ ਉੱਥੇ ਫੇਲ ਹੋ ਜਾਂਦਾ ਹੈ। ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਸਿਰਫ ਅੰਦੋਲਨਾਂ ਦੇ ਨਾਲ ਬੰਦ ਕਰਕੇ, ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਕਰਕੇ ਦੇਸ਼, ਸਮਾਜ ਜਿਹੜਾ ਹੈ ਉਹ ਤਰੱਕੀ ਨਹੀਂ ਕਰ ਸਕਦਾ। ਕਿਸੇ ਵੀ ਦੇਸ਼ ਦੀ ਜਨਤਾ ਜਿਹੜੀ ਹੈ ਉਹ ਤਰੱਕੀ ਨਹੀਂ ਕਰ ਸਕਦੀ। ਤਰੱਕੀ ਦੇ ਵਾਸਤੇ ਜਨਤਾ ਨੂੰ, ਆਵਾਮ ਨੂੰ, ਮਨੁੱਖ ਨੂੰ
ਦੂਰ ਅੰਦੇਸ਼ ਹੋਣ ਦੀ ਲੋੜ ਹੈ। ਜਦੋਂ ਅਸੀਂ ਆਪਣੇ ਲੀਡਰ ਦਾ, ਆਪਣੇ ਆਗੂ ਦਾ ਚੁਣਾਵ ਕਰਦੇ ਹਾਂ, ਉਦੋਂ ਸਾਨੂੰ ਸੋਚ ਵਿਚਾਰ ਕਰਕੇ ਆਪਣੇ ਲੀਡਰ ਦਾ, ਆਪਣੇ ਆਗੂ ਦਾ ਚੁਣਾਵ ਕਰਨਾ ਚਾਹੀਦਾ ਹੈ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵਾਸਤੇ ਲਾਹੇਵੰਦ ਹੋਵੇ, ਸਹਿਯੋਗੀ ਹੋਵੇ। ਸਾਨੂੰ ਉਹ ਸਰਕਾਰ ਚੁਣਨੀ ਚਾਹੀਦੀ ਹੈ, ਉਹ ਬੰਦਾ ਚੁਣਨਾ ਚਾਹੀਦਾ ਹੈ, ਉਹ ਆਗੂ ਚੁਣਨਾ ਚਾਹੀਦਾ ਹੈ ਜਿਹੜਾ ਸਾਡੇ ਸਮਾਜ ਦੇ ਨਾਲ ਰਿਲੇਟ ਕਰਦਾ ਹੋਵੇ, ਜੋ ਸਮੁੱਚੇ ਸਮਾਜ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇ, ਜੋ ਹਰ ਵਰਗ, ਹਰ ਜਾਤੀ, ਹਰ ਧਰਮ ਦਾ ਸਤਿਕਾਰ ਕਰਦਾ ਹੋਵੇ। ਐਸਾ ਆਗੂ ਚੁਣਨਾ ਚਾਹੀਦਾ ਹੈ, ਐਸਾ ਲੀਡਰ ਹੋਣਾ ਚਾਹੀਦਾ ਹੈ। ਸੋ ਵਕਤ ਦੀ ਨਜ਼ਾਕਤ ਨੂੰ ਦੇਖਦੇ ਹੋਏ, ਆਉਣ ਵਾਲੇ ਸਮੇਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਇਹੀ ਕਹਿਣਾ ਚਾਹਾਂਗਾ ਕਿ ਕਿਸਾਨੀ ਨੂੰ ਉਦਯੋਗਿਕ ਖੇਤੀ, ਬਹੁਪੱਖੀ ਖੇਤੀ, ਮਲਟੀ ਫਾਰਮਿੰਗ ਤੇ ਜਿਹੜੀ ਹੈ ਉਹਨੂੰ ਕਾਰੋਬਾਰੀ ਖੇਤੀ ਦੇ ਤੌਰ 'ਤੇ ਲੈ ਕੇ ਆਉਣ ਦੀ ਲੋੜ ਹੈ। ਤਾਂ ਹੀ ਕਿਸਾਨੀ ਬਚ ਸਕਦੀ ਹੈ।